पंजाब एग्रो दे 5 रिवर ने पाई ऐसी धमाल, आर्गेनिक फार्मिंग दी ओ कीती कायम मसाल। इस ऑर्गेनिक खेती नूं आओ सर्टिफाई कराइए, आटा चावल किन्नू दलिया इस ब्रांड दा खाइए। ਇਹ जैविक खेती उत्पादां दा नहीं है कोई मेल, हल्दी छोले बासमती कनोला सरों दा तेल। ओ ਜ਼ਹਿਰਾਂ ਮੁਕਤ ਤੇ खेती वीरो आ जो रले बनाइए, अपने सोहणे पंजाब नूं मुड़ तंदुरुस्त बनाइए, मुड़ तंदुरुस्त बनाइए। ਆਮ ਕਿਸਾਨ ਨੂੰ ਬਣਾਵੇ ਹਾਈ ਅਚੀਵਰ, ਪੰਜਾਬ ਐਗਰੋ ਦਾ 5 ਰਿਵਰ। ਕਿਸਾਨ ਦੋਸਤੋ, ਪੰਜਾਬ ਐਗਰੋ ਦਾ ਹਫ਼ਤਾਵਾਰੀ ਪ੍ਰੋਗਰਾਮ ਪੰਜ ਦਰਿਆ ਲੈ ਕੇ ਮੈਂ ਬਾਲਮਕੰਦ ਸ਼ਰਮਾ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਅਸੀਂ ਪੰਜਾਬ ਐਗਰੋ ਦੇ ਸਾਰੇ ਪ੍ਰੋਗਰਾਮਾਂ 'ਚ ਹਮੇਸ਼ਾ ਜ਼ੋਰ ਦਿੰਦੇ ਹਾਂ ਖੇਤੀ ਵੰਨਸਵੰਨਤਾ, ਕ੍ਰੌਪ ਡਿਵਰਸੀਫਿਕੇਸ਼ਨ। ਯਾਨੀ ਖੇਤੀ ਜਿਹੜੀ ਆ ਉਹ ਜੇ ਅਸੀਂ ਟ੍ਰੈਡੀਸ਼ਨਲ ਢੰਗ ਨਾਲ ਕਣਕ ਝੋਨਾ ਕਰੀ ਜਾਵਾਂਗੇ ਤਾਂ ਪੰਜਾਬ ਦੇ ਵਿੱਚ ਬਹੁਤ ਲੋੜ ਹੈ ਕਿ ਅਸੀਂ ਨਵੀਆਂ ਫਸਲਾਂ ਜਾਂ ਬਦਲਵੀਆਂ ਫਸਲਾਂ ਵੀ ਬੀਜਦੇ ਰਹੀਏ। ਅਤੇ ਜਦੋਂ ਬਦਲਵੀਆਂ ਦੀ ਗੱਲ ਕਰਦੇ ਹਾਂ ਤਾਂ ਸਬਜ਼ੀਆਂ ਦਾ ਇੱਕ ਅਹਿਮ ਰੋਲ ਹੁੰਦਾ, ਅਤੇ ਸਬਜ਼ੀਆਂ 'ਚ ਸਭ ਤੋਂ ਸਿਰਮੌਰ ਫਸਲ ਹੈਗੀ ਆ ਉਹ ਹੈਗੀ ਆਲੂ। ਵੈਸੇ ਤਾਂ ਸਾਰੇ ਪੰਜਾਬ 'ਚ ਹੁਣ ਆਲੂ ਕਾਫੀ ਪੌਕਟ ਲੱਗਣ ਲੱਗ ਪਿਆ, ਪਰ ਦੁਆਬਾ ਜਿਹੜਾ ਉਹ ਆਲੂਆਂ ਦਾ ਗੜ੍ਹ ਆ। ਯਾਨੀ ਸਾਡਾ ਜਲੰਧਰ, ਨਵਾਂਸ਼ਹਿਰ, ਕਪੂਰਥਲਾ, ਹੁਸ਼ਿਆਰਪੁਰ, ਇਹ ਤਾਂ ਨਾਮੀ ਜ਼ਿਲ੍ਹੇ ਨੇ। ਔਰ ਇਹਨਾਂ ਜ਼ਿਲ੍ਹਿਆਂ ਨੇ ਜਿੱਥੇ ਆਲੂ ਟੇਬਲ ਆਲੂ ਪੈਦਾ ਕੀਤਾ, ਉੱਥੇ ਬੀਜ ਆਲੂ ਜਿਹੜਾ ਉਹ ਨਾ ਸਿਰਫ ਪੈਦਾ ਕੀਤਾ ਬਲਕਿ ਸਾਡੀ ਕੰਟਰੀ ਦੇ ਦੂਜੇ ਸੂਬਿਆਂ 'ਚ ਵੀ, ਯਾਨੀ ਵੈਸਟ ਬੰਗਾਲ, ਕਰਨਾਟਕਾ, ਆਂਧਰਾ, ਇਹਨਾਂ ਦੇ ਵਿੱਚ ਵੀ ਜਿਹੜੀ ਖੇਤੀ ਆਲੂ ਦੀ ਹੁੰਦੀ ਆ ਉਹਦਾ ਸਰੋਤ, ਉਹਦਾ ਸੋਰਸ, ਉਹਦਾ ਬੀਜ ਜਲੰਧਰ ਤੋਂ ਜਾਂ ਦੁਆਬੇ 'ਚ ਜਾਂਦਾ। ਇਹ ਬੀਜ ਆਲੂ ਜਿਹੜਾ ਇਹ ਆਪਣੇ ਆਪ 'ਚ ਇੱਕ ਸਪੈਸ਼ਲਾਈਜ਼ਡ ਕੰਮ ਆ। ਹਰ ਕਿਸਾਨ ਦੇ ਵੱਸ ਦੀ ਗੱਲ ਨਹੀਂ, ਪਰ ਜਿਹੜੇ ਕਿਸਾਨ ਸਿੱਖ ਗਏ ਆ ਉਹ ਨਾ ਸਿਰਫ ਆਪਣੇ ਚੌਖੇ ਮੁਨਾਫੇ ਕਮਾ ਰਹੇ ਆ ਬਲਕਿ ਬੀਜ ਆਲੂ ਦੀਆਂ ਨਵੀਆਂ ਤਕਨੀਕਾਂ ਅਪਣਾ ਕੇ ਉਹ ਬਾਕੀ ਦੇਸ਼ ਦੇ ਕਿਸਾਨਾਂ ਦਾ ਵੀ ਫਾਇਦਾ ਕਰ ਰਹੇ ਆ। ਸੋ ਇਸ ਲਈ ਵਿਸ਼ਾ ਚੁਣ ਕੇ ਲੈ ਕੇ ਆ ਰਹੇ ਹਾਂ ਅਸੀਂ ਬੀਜ ਆਲੂ ਪੈਦਾ ਕਰਨ ਲਈ ਉੱਤਮ ਅਤੇ ਨਵੀਆਂ ਤਕਨੀਕਾਂ ਅਤੇ ਟਰੇਸੇਬਿਲਿਟੀ ਦੀ ਮਹੱਤਤਾ। ਸੱਦਾ ਦਿੱਤਾ ਇਹਨਾਂ ਵਿਸ਼ਿਆਂ ਦੇ ਮਾਹਰ ਜੋ ਖੁਦ ਇੱਕ ਵਿਗਿਆਨੀ ਵੀ ਨੇ, ਐਕਸਟੈਂਸ਼ਨ ਵਰਕਰ ਵੀ ਨੇ ਔਰ ਸੈਂਟਰ ਆਫ ਐਕਸਲੈਂਸ ਫਾਰ ਪੋਟੈਟੋ ਧੁੱਗੜੀ ਜਲੰਧਰ 'ਚ ਤੈਨਾਤ ਨੇ ਪ੍ਰੋਜੈਕਟ ਅਫਸਰ, ਮੇਰੀ ਮੁਰਾਦ ਹੈ ਡਾਕਟਰ ਦਮਨਦੀਪ ਸਿੰਘ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਅਤੇ ਨਾਲ ਸਾਥ ਦੇਣਗੇ ਸਾਡੀ ਪੰਜਾਬ ਐਗਰੋ ਦੇ ਆਪਣੇ ਜ਼ਿਲ੍ਹਾ ਸੁਪਰਵਾਈਜ਼ਰ ਜੋ ਪਹਿਲਾਂ ਵੀ ਤੁਸੀਂ ਮਿਲ ਚੁੱਕੇ ਹੋ, ਮੇਰੀ ਮੁਰਾਦ ਹੈ ਸ਼੍ਰੀ ਸਤਵਿੰਦਰ ਸਿੰਘ। ਸਤਿ ਸ਼੍ਰੀ ਅਕਾਲ ਜੀ। ਸੋ ਸਤਵਿੰਦਰ ਜੀ, ਦਮਨਦੀਪ ਜੀ, ਤੁਹਾਡਾ ਮੈਂ ਸਵਾਗਤ ਕਰਦਾ ਅਤੇ ਗੱਲਬਾਤ ਸ਼ੁਰੂ ਦਮਨਦੀਪ ਤੁਹਾਡੇ ਤੋਂ ਕਰਨ ਲੱਗੇ ਹਾਂ ਕਿ ਜਦੋਂ ਅਸੀਂ ਬੀਜ ਆਲੂ ਦੀ ਗੱਲ ਕਰਦੇ ਹਾਂ ਤਾਂ ਬੀਜ ਆਲੂ ਪੈਦਾ ਕਰਨ ਦੀਆਂ ਨਵੀਆਂ ਤਕਨੀਕਾਂ ਕਿਹੜੀਆਂ-ਕਿਹੜੀਆਂ ਅਤੇ ਜਿਹੜੀਆਂ ਪੁਰਾਣੀਆਂ ਤਕਨੀਕਾਂ ਉਹ ਤੋਂ ਇਹ ਲਾਹੇਵੰਦ ਕਿਵੇਂ ਆ? ਸ਼ਰਮਾ ਜੀ, ਜਦੋਂ ਅਸੀਂ ਗੱਲ ਕਰਦੇ ਹਾਂ ਬੀਜ ਆਲੂ ਦੀ, ਤੁਸੀਂ ਆਪਣੀ ਭੂਮਿਕਾ 'ਚ ਵੀ ਦੱਸਿਆ ਕਿ ਸਭ ਤੋਂ ਮੁੱਖ ਫਸਲ ਸਬਜ਼ੀਆਂ 'ਚ ਆਲੂ ਦੀ ਹੈ ਜੀ। ਆਲੂਆਂ ਹੇਠ ਤਕਰੀਬਨ 35% ਰਕਬਾ ਆਪਣੀਆਂ ਸਬਜ਼ੀਆਂ 'ਚ ਜਿਹੜਾ ਟੋਟਲ ਰਕਬਾ ਪੰਜਾਬ ਦਾ ਹੈਗਾ ਆਲੂ ਦੀ ਨਹੀਂ ਤੀਜੇ ਤੋਂ ਵੱਧ। ਹਾਂਜੀ, ਅਤੇ ਇਹਦੇ ਵਿੱਚ ਇਹਦਾ ਮਤਲਬ ਹੈ ਕਿ ਬੀਜ ਦੀ ਮਾਤਰਾ ਵੀ ਓਨੀ ਜ਼ਿਆਦਾ ਸਾਨੂੰ ਕੁਆਂਟੀਟੀ ਚਾਹੀਦੀ ਹੁੰਦੀ ਹੈ ਜੀ। ਅਤੇ ਆਲੂ ਵਿੱਚ ਖਾਸ ਤੌਰ 'ਤੇ ਕਿਸਾਨ ਇੱਕ ਦੂਸਰੇ 'ਤੇ ਡਿਪੈਂਡ ਕਰਦੇ ਆ, ਰਿਸ਼ਤੇਦਾਰਾਂ ਤੋਂ ਜਾਂ ਦੋਸਤਾਂ ਮਿੱਤਰਾਂ 'ਤੇ ਡਿਪੈਂਡ ਕਰਦੇ ਆ ਕਿ ਮੈਨੂੰ ਕਿਤੇ ਨਾ ਕਿਤੇ ਸੋਮੇ ਤੋਂ ਨਵਾਂ ਬੀਜ ਜਿਹੜਾ ਉਹ ਪ੍ਰਾਪਤ ਹੋ ਜਾਏ। ਪਰ ਬਾਅਦ 'ਚ ਕਈ ਵਾਰੀ ਨਿਰਾਸ਼ਾ ਹੁੰਦੀ ਆ ਕਿ ਮੈਨੂੰ ਵਧੀਆ ਬੀਜ ਨਹੀਂ ਮਿਲਿਆ ਅਤੇ ਸਾਡੀ ਫਸਲ ਚੰਗੀ ਨਹੀਂ ਰਹੀ। ਹੁਣ ਜਿਹੜੀਆਂ ਇਹ ਉੱਤਮ ਤਕਨੀਕਾਂ ਦੀ ਅੱਜ ਆਪਾਂ ਗੱਲ ਕਰਨੀ ਆ, ਉਹਦੇ ਵਿੱਚ ਟਿਸ਼ੂ ਕਲਚਰ ਅਤੇ ਐਰੋਪੋਨਿਕ ਨਾਂ ਦੀ ਤਕਨੀਕ ਅਜਿਹੀ ਹੈ ਜਿਨ੍ਹਾਂ ਨੂੰ ਵਰਤ ਕੇ ਜ਼ਿਮੀਂਦਾਰ ਕਿਸਾਨ ਵੀਰ ਆਪਣੇ ਪੱਧਰ 'ਤੇ ਆਪਣਾ ਪਹਿਲੇ ਸਾਲ ਤੋਂ ਬੀਜ ਤਿਆਰ ਕਰ ਸਕਦੇ ਆ, ਜਿਹਦੇ ਵਿੱਚ ਆਪਾਂ ਨਾ ਕਿਸੇ 'ਤੇ ਡਿਪੈਂਡ ਰਵਾਂਗੇ ਅਤੇ ਆਪਣੇ ਹਿਸਾਬ ਨਾਲ ਕੁਆਲਿਟੀ ਜਿਹੜੀ ਉਹਦੀ ਆਪਾਂ ਮੇਨਟੇਨ ਕਰਕੇ ਅੱਗੇ ਹੋਰ ਕਿਸਾਨਾਂ ਨੂੰ ਵੀ ਗਾਂਹ ਬੀਜ ਮਲਟੀਪਲੀਕੇਸ਼ਨ ਕਰਨ ਲਈ ਆਪਾਂ ਵੰਡ ਸਕਦੇ ਹਾਂ। ਇਹਨਾਂ ਨਵੀਆਂ ਤਕਨੀਕਾਂ ਦਾ ਪੁਰਾਣੀਆਂ ਤਕਨੀਕਾਂ ਦੇ ਮੁਕਾਬਲੇ ਇੱਕ ਤਾਂ ਮੈਂ ਦੱਸਦਾ ਕਿ ਅਸੀਂ ਆਪਣੇ ਪੱਧਰ 'ਤੇ ਆਪਣਾ ਬੀਜ ਤਿਆਰ ਕਰਾਂਗੇ। ਦੂਸਰੀ ਇਹਨਾਂ ਦੀ ਮਹੱਤਤਾ ਇਹ ਹੈ ਕਿ ਪੁਰਾਣੀਆਂ ਤਕਨੀਕਾਂ ਦੇ ਵਿੱਚ ਜੇਕਰ 4 ਸਾਲ ਦੇ ਵਿੱਚ ਆਪਾਂ ਬਰੀਡਰ ਸੀਡ ਦੀ ਗੱਲ ਕਰਦੇ ਹਾਂ, ਉਹ ਜਿੰਨਾ ਬਣਦਾ ਸੀ ਉਹ ਤੋਂ ਤਕਰੀਬਨ 10 ਗੁਣਾ ਬੀਜ ਓਨੇ ਸਮੇਂ ਦੇ ਵਿੱਚ ਇਹਨਾਂ ਤਕਨੀਕਾਂ ਦੀ ਵਰਤੋਂ ਨਾਲ ਪਹਿਲੇ ਸਾਲਾਂ 'ਚ ਹੀ ਬਣਾਇਆ ਜਾ ਸਕਦਾ। ਇਸ ਦਾ ਮਤਲਬ ਹੈ ਕਿ ਜੋ ਆਪਣੀ ਸਾਰੀ ਇੰਨੀ ਸੀਡ ਦੀ ਬੀਜ ਦੀ ਆਲੂ ਦੀ ਰਿਕੁਆਇਰਮੈਂਟ ਹੈ ਉਹ ਇਹ ਤਕਨੀਕਾਂ ਅਪਣਾ ਕੇ ਅਸੀਂ ਆਪਣੇ ਪੱਧਰ 'ਤੇ ਪੰਜਾਬ ਨੂੰ ਸਵੈ ਸਮਰੱਥ ਬਣਾ ਸਕਦੇ ਹਾਂ ਕਿ ਆਪਾਂ ਸਾਰਾ ਬੀਜ ਕਿਸੇ ਹੋਰ 'ਤੇ ਡਿਪੈਂਡ ਹੋਣ ਦੀ ਬਜਾਏ ਆਪਣੇ ਆਪ ਹੀ ਪੰਜਾਬ ਵਾਸਤੇ 4 ਲੱਖ ਮੈਟ੍ਰਿਕ ਟਨ ਸਾਲਾਨਾ ਲੋੜ ਪੈਂਦੀ ਬੀਜ ਦੀ ਆਲੂ ਦੀ, ਅਤੇ ਉਹਨਾਂ ਬੀਜ ਆਪਣੀਆਂ ਨਵੀਆਂ ਤਕਨੀਕਾਂ ਨਾਲ ਉੱਤਮ ਕੁਆਲਿਟੀ ਦਾ ਆਪਣੇ ਪੱਧਰ 'ਤੇ ਹੀ ਤਿਆਰ ਕਰੀਏ। ਬਹੁਤ ਵਧੀਆ ਸ਼ਬਦਾਂ ਵਿੱਚ ਦਮਨਦੀਪ ਜੀ ਨੇ ਆਪਣੀ ਗੱਲ ਦਾ ਜਿਹੜੀ ਵਿਆਖਿਆ ਕੀਤੀ ਆ, ਅਤੇ ਮੈਂ
ਸਤਵਿੰਦਰ ਤੁਹਾਡੇ ਤੋਂ ਜਾਣਨਾ ਚਾਹੂੰਗਾ ਕਿ ਸਾਡਾ ਦੂਜਾ ਅੰਗ ਹੈ ਅੱਜ ਦਾ ਕਿ ਟ੍ਰੇਸੇਬਿਲਟੀ ਦੀ ਮਹੱਤਤਾ। ਪਹਿਲਾਂ ਸਾਡੇ ਕਿਸਾਨਾਂ ਨੂੰ ਦੱਸੋ ਕਿ ਟ੍ਰੇਸੇਬਿਲਟੀ ਹੁੰਦੀ ਕੀ ਆ, ਤੇ ਫਿਰ ਇਹ ਜਾਣੂ ਕਰਾਓ ਕਿ ਜਿਹੜੀਆਂ ਨਵੀਆਂ ਵਿਧੀਆਂ ਰਾਹੀਂ ਅਸੀਂ ਜਿਹੜਾ ਬੀਜ ਆਲੂ ਪੈਦਾ ਕਰਦੇ ਆ, ਕੀ ਟ੍ਰੇਸੇਬਿਲਟੀ ਆ ਉਹਦੇ ਵਿੱਚ ਵੀ ਇਹ ਲਾਗੂ ਹੁੰਦੀ ਆ? ਜੀ ਬਿਲਕੁਲ ਸ਼ਰਮਾ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਟ੍ਰੇਸੇਬਿਲਟੀ ਵੈਸੇ ਅਸੀਂ ਪਹਿਲਾਂ ਵੀ ਕਰ ਰਹੇ ਹਾਂ। ਹੁਣ ਜਿਹੜੀ ਡਾਕਟਰ ਸਾਹਿਬ ਨੇ ਨਵੀਆਂ ਤਕਨੀਕਾਂ ਦੱਸੀਆਂ ਨੇ ਉਹਦੇ ਵਿੱਚ ਵੀ ਅਸੀਂ ਹੁਣ ਟ੍ਰੇਸੇਬਿਲਟੀ ਲੈ ਕੇ ਆ ਰਹੇ ਹਾਂ, ਜਿਹਦੇ ਵਿੱਚ ਕਿ G0, G1, G2, G3 ਐਵੇਂ ਕਰਕੇ ਜਿਹੜੀਆਂ ਸਟੇਜਾਂ ਨੇ, ਜਿਹੜੀਆਂ ਬਰੀਡਰ, ਪ੍ਰੀ ਬਰੀਡਰ ਜਾਂ ਫਾਊਂਡੇਸ਼ਨ 1 ਆਪਾਂ ਕਹਿ ਦਿੰਦੇ ਹਾਂ ਜਾਂ ਫਾਊਂਡੇਸ਼ਨ 2 ਕਹਿ ਦਿੰਦੇ ਹਾਂ, ਉਹਨਾਂ ਵਿੱਚ ਟ੍ਰੇਸੇਬਿਲਟੀ ਅਸੀਂ ਬਿਲਕੁਲ ਇਸ ਸਾਲ ਤੋਂ ਕਰ ਰਹੇ ਹਾਂ। ਇਹਦੇ ਵਿੱਚ ਮੈਂ ਇਹ ਵੀ ਦੱਸਣਾ ਚਾਹਾਂਗਾ ਕਿਉਂਕਿ ਕੁਝ ਕਿਸਾਨ ਭਰਾਵਾਂ ਨੂੰ ਨਹੀਂ ਪਤਾ ਹੈ ਕਿ ਟ੍ਰੇਸੇਬਿਲਟੀ ਚੀਜ਼ ਕੀ ਹੈ। ਟ੍ਰੇਸੇਬਿਲਟੀ ਆਪਾਂ ਜਿਵੇਂ ਕਿ ਉਹਦੇ ਸ਼ਬਦ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਟ੍ਰੇਸੇਬਿਲਟੀ ਕਿਸੇ ਚੀਜ਼ ਨੂੰ ਟ੍ਰੇਸ ਕਰਨਾ। ਤੇ ਜਿਹੜੇ ਆਲੂ ਬੀਜ ਦੇ ਵਿੱਚ ਜੇ ਆਪਾਂ ਗੱਲ ਕਰੀਏ, ਕਿਸ ਉਹ ਖੇਤ ਤੋਂ ਚੱਲਿਆ, ਕਿਸ ਤੋਂ ਉਗਾਇਆ, ਕਦੋਂ ਉਹਨੇ ਬੀਜਿਆ ਸੀ, ਉਹ ਪੂਰੇ ਦਾ ਪੂਰਾ ਡਾਟਾ ਉਹਦੀ ਗਰੋਇੰਗ ਸਟੇਜ ਤੋਂ ਲੈ ਕੇ, ਬਿਲਕੁਲ ਜੀ ਬਿਲਕੁਲ ਪਤਾ ਕਿਸਾਨ ਦਾ, ਬਿਲਕੁਲ ਜੀ, ਉਹਦੇ ਖੇਤ ਤੱਕ ਦਾ ਪਤਾ, ਇੱਥੋਂ ਲੈ ਕੇ ਉਹਦੀ ਪੈਕਿੰਗ ਤੱਕ ਦਾ ਸਾਰਾ ਡਾਟਾ ਅਸੀਂ ਇੱਕ QR ਕੋਡ ਦੇ ਵਿੱਚ ਪਾਉਂਦੇ ਹਾਂ, ਜਿਹਨੂੰ ਕਿ ਅਸੀਂ ਸਕੈਨ ਕਰਕੇ ਟਰੇਸ ਕਰ ਸਕਦੇ ਹਾਂ ਕਿ ਇਹ ਆਲੂ ਜਾਂ ਆਲੂ ਦਾ ਜਿਹੜਾ ਵੈਰਾਈਟੀ ਹੈ ਕਿੱਥੋਂ ਆਈ ਹੈ, ਕਿਹੜੇ ਖੇਤ 'ਚੋਂ ਆਈ ਹੈ, ਕਿਹੜੇ ਕਿਸਾਨ ਤੋਂ ਆਈ ਹੈ। ਇਹੀ ਟਰੇਸਿਬਿਲਟੀ ਹੈ ਜੀ। ਕਿਸਾਨ ਦੋਸਤੋ, ਗੱਲ ਤਾਂ ਹਾਸੇ ਵਾਲੀ ਆ, ਪਰ ਆਪਾਂ ਜਿਵੇਂ ਰਿਸ਼ਤਾ ਕਰਨਾ ਹੋਵੇ ਲੜਕੇ ਲੜਕੀ ਦਾ, ਤੇ ਆਪਾਂ ਕਈ ਵਾਰੀ ਖਾਨਦਾਨ ਪੂਰਾ ਜਾਣਦੇ ਆ, ਪਿਓ ਕੌਣ, ਦਾਦਾ ਕੌਣ ਆ, ਪੜਦਾਦਾ ਕੌਣ ਆ, ਕੀ ਕੰਮ ਕਰਦੇ ਸੀਗੇ, ਤੇ ਆਪਾਂ ਕਿਉਂ ਕਰਦੇ ਆ? ਕਿਉਂਕਿ ਅਸੀਂ ਪੂਰਾ ਇੱਕ ਫੈਮਿਲੀ ਟਰੀ ਜਾਣਨਾ ਚਾਹੁੰਦੇ ਹੁੰਦੇ ਆ। ਤਾਂ ਜਿਹੜੀ ਗੱਲ ਸਤਵਿੰਦਰ ਨੇ ਕੀਤੀ ਆ, ਮੈਂ ਉਹ ਤੋਂ ਇਹ ਭਾਵ ਲੈ ਰਿਹਾ ਕਿ ਜੇ ਬੀਜ ਆਲੂ ਇਹਨਾਂ ਦੀ ਗੱਲ ਕਰਦੇ ਆ, ਤਾਂ ਬੀਜ ਆਲੂ ਉਹ ਕਿੱਥੇ ਬੀਜਿਆ ਗਿਆ, ਉਹ ਕਿਹੜਾ ਇਲਾਕਾ ਸੀ, ਕਿਹੜਾ ਖੇਤ ਸੀ, ਕਿਹੜਾ ਕਿਸਾਨ ਸੀ, ਉਹਦੇ ਤੱਕ QR ਕੋਡ ਨਹੀਂ ਪਹੁੰਚ ਜਾਣਾ। ਆਈ ਥਿੰਕ ਇਹਨੂੰ ਟ੍ਰੇਸੇਬਿਲਟੀ ਕਹਿੰਦੇ ਆ। ਤੇ ਗੱਲ ਮੈਂ ਦਮਨਦੀਪ ਤੁਹਾਡੇ ਕੋਲ ਦੁਆਰਾ ਆ ਰਿਹਾ, ਤੁਸੀਂ ਆਪਣੇ ਮੁੱਢਲੇ ਸੰਬੋਧਨ 'ਚ 2 ਸ਼ਬਦ ਨਵੀਆਂ ਤਕਨੀਕਾਂ ਯੂਜ਼ ਕੀਤਾ। ਤਾਂ ਪਹਿਲਾਂ ਟਿਸ਼ੂ ਕਲਚਰ ਦੀ ਗੱਲ ਕਰੀਏ ਕਿ ਟਿਸ਼ੂ ਕਲਚਰ ਹੁੰਦਾ ਕੀ ਆ, ਇਹ ਤਕਨੀਕ ਕੀ ਆ, ਤੇ ਆਲੂ ਬੀਜ ਪੈਦਾ ਕਰਨ ਵਿੱਚ ਟਿਸ਼ੂ ਕਲਚਰ ਕਿਵੇਂ ਸਹਾਈ ਹੁੰਦਾ? ਟਿਸ਼ੂ ਕਲਚਰ ਇੱਕ ਅਜਿਹੀ ਤਕਨੀਕ ਹੈ ਜਿਹਦੇ ਵਿੱਚ ਆਪਾਂ ਇੱਕ ਬੂਟੇ ਦਾ ਛੋਟਾ ਜਿਹਾ ਹਿੱਸਾ ਲੈ ਕੇ ਆਪਾਂ ਉਹਨੂੰ ਸਹੀ ਖਾਦ ਪਾਣੀ ਲੈਬ ਦੇ ਵਿੱਚ ਦੇ ਦਈਏ ਤਾਂ ਆਪਣੇ ਵਰਗਾ ਬੂਟਾ ਦੁਬਾਰਾ ਉਸੇ ਛੋਟੇ ਹਿੱਸੇ ਤੋਂ ਤਿਆਰ ਕਰ ਸਕਦਾ ਹੁੰਦਾ। ਇਸ ਤਰ੍ਹਾਂ ਆਪਾਂ ਛੋਟੀਆਂ ਨੋਡਲ ਕਟਿੰਗ ਆਲੂ ਦੇ ਬੂਟਿਆਂ ਦੀਆਂ ਕਹਿੰਦੇ ਆ। ਉਹ ਨੋਡਲ ਕਟਿੰਗ ਜਿਹੜੀਆਂ ਇੱਕ ਸਪੈਸੀਫਿਕ ਮੀਡੀਆ ਜਿਹ 'ਚ ਸਾਰੇ ਤੱਤਾਂ ਦਾ ਘੋਲ ਹੁੰਦਾ, ਉਹਦੇ ਵਿੱਚ ਲਗਾ ਕੇ ਆਪਣੀ ਟਿਊਬਾਂ ਦੀ ਰੌਸ਼ਨੀ ਤੇ AC ਨਾਲ ਤਾਪਮਾਨ ਜਿਹੜਾ ਆਪਾਂ ਕੰਟਰੋਲ ਕਰਦੇ ਆ, ਉਹਦੇ ਹੇਠ ਆਪਾਂ ਗਰਮੀ ਦੇ ਮੌਸਮ ਦੇ ਵਿੱਚ ਲੈਬ ਦੇ ਵਿੱਚ ਇਹਨਾਂ ਬੂਟਿਆਂ ਨੂੰ ਕੱਚ ਦੀਆਂ ਬੋਤਲਾਂ ਦੇ ਵਿੱਚ ਰੱਖਦੇ ਆ। ਤਾਂ ਤਕਰੀਬਨ 20 ਤੋਂ 22 ਦਿਨ ਦੇ ਵਿੱਚ ਇੱਕ ਨੋਡਲ ਕਟਿੰਗ ਤੋਂ ਇੱਕ ਬੂਟਾ ਆਪਣੇ ਮਦਰ ਪਲਾਂਟ ਵਰਗਾ ਹੀ ਤਿਆਰ ਹੋ ਜਾਂਦਾ, ਬਿਲਕੁਲ ਆਇਡੈਂਟੀਕਲ। ਇਸੇ ਤਰ੍ਹਾਂ ਜਦੋਂ 22 ਦਿਨਾਂ ਦੇ ਵਿੱਚ ਇੱਕ ਬੂਟਾ ਤਿਆਰ ਹੁੰਦਾ ਤੇ ਉਹਨੂੰ ਫਿਰ ਆਪਾਂ ਤਕਰੀਬਨ 4-5 ਉਹਦੀਆਂ ਨੋਡਲ ਕਟਿੰਗ ਲੈ ਕੇ ਉਹਨੂੰ ਗਾਂ 5 ਗੁਣਾ ਵਧਾ ਸਕਦੇ ਹਾਂ। ਇਸੇ ਤਰ੍ਹਾਂ ਉਹ ਜਿਹੜੇ 5 ਬੂਟੇ ਬਣੇ ਉਹਨੂੰ ਫਿਰ 20-22 ਅਗਲੇ 20-22 ਦਿਨਾਂ ਦੇ ਵਿੱਚ ਕੱਟ ਕੇ 5 ਤੋਂ 25, ਇਸ ਤਰ੍ਹਾਂ ਇੱਕ ਬੂਟੇ ਤੋਂ ਹਜ਼ਾਰਾਂ ਲੱਖਾਂ ਬੂਟੇ ਜਿਹੜੇ ਆ ਉਹ ਟਿਸ਼ੂ ਕਲਚਰ ਤਕਨੀਕ ਦੇ ਨਾਲ ਤਿਆਰ ਕੀਤੇ ਜਾ ਸਕਦੇ ਆ। ਤੇ ਇਹ ਟਿਸ਼ੂ ਕਲਚਰ ਤਕਨੀਕ ਦੇ ਨਾਲ ਇੱਕ ਹੋਰ ਫਾਇਦਾ ਸਾਨੂੰ ਕਿ ਆਪਾਂ ਖੁੱਲੀ ਹਵਾ 'ਚ ਨਹੀਂ ਲਾਇਆ, ਬਾਹਰ ਜਿੱਥੇ ਬਿਮਾਰੀਆਂ ਨਹੀਂ ਆਈਆਂ, ਇਹਨੂੰ ਵਾਇਰਸ ਜੀਵਾਣੂ ਰੋਗ ਕੋਈ ਨਹੀਂ ਆਇਆ, ਕੋਈ ਮੱਛਰ ਕੀੜਾ ਕੋਈ ਨਹੀਂ ਇਫੈਕਟ ਕੀਤਾ। ਦੂਸਰੀ ਚੀਜ਼ ਕਿ ਇਹਨਾਂ ਇਫੈਕਟ ਕਰਕੇ ਕਿ ਜੀਵਾਣੂ ਰੋਗ ਤਾਂ ਨਹੀਂ ਆਇਆ, ਤੇ ਆਪਾਂ ਇੱਕ ਬੂਟਾ ਜਿੱਥੋਂ ਸ਼ੁਰੂ ਕੀਤਾ ਸੀ ਉਹਦਾ ਆਇਡੈਂਟੀਕਲ ਬੂਟੇ ਤਿਆਰ ਕੀਤੇ। ਇੱਕੋ ਵੈਰਾਈਟੀ ਸਾਨੂੰ ਇੱਕ ਛੋਟੇ ਜਿਹੇ ਸੋਰਸ ਤੋਂ ਆਪਾਂ ਕਿੰਨੇ ਸਾਰੇ ਬੂਟੇ ਤਿਆਰ ਕਰ ਲਏ, ਮਲਟੀਪਲੀਕੇਸ਼ਨ ਰੇਟ ਹਾਈ ਹੋ ਗਿਆ। ਤੇ ਗਰਮੀਆਂ ਦਾ ਮੌਸਮ ਜਦੋਂ ਬਾਹਰ ਆਲੂ ਨਹੀਂ ਲੱਗਦਾ, ਉਹ ਮੌਸਮ ਆਪਾਂ ਯੂਟਿਲਾਈਜ਼ ਕਰਕੇ ਇਹ ਬੂਟਿਆਂ ਨੂੰ ਮਲਟੀਪਲਾਈ ਕਰ ਲਿਆ, ਤਿਆਰ ਕਰ ਲਏ। ਤੇ ਜਦੋਂ ਆਪਾਂ ਟ੍ਰੇਸੇਬਿਲਟੀ ਦੀ ਗੱਲ ਸਤਵਿੰਦਰ ਜੀ ਕੀਤੀ ਆ, ਤਾਂ ਟ੍ਰੇਸੇਬਿਲਟੀ ਅਧੀਨ ਜਿਹੜੇ ਬੀਜ ਵਾ ਉਹਦੇ ਸਰੋਤ ਦੀ ਕੀਮਤ ਆ? ਸ਼ਰਮਾ ਜੀ, ਸਰੋਤ ਹੀ ਇਹਦੇ ਵਿੱਚ ਸਭ ਤੋਂ ਮੇਨ ਹੈ। ਸਰੋਤ ਦੀਆਂ 2 ਮਹੱਤਤਾ ਨੇ। ਸਭ ਤੋਂ ਪਹਿਲੀ ਤਾਂ ਜਦੋਂ ਅਸੀਂ ਆਲੂ ਦੀ ਬਿਜਾਈ ਕਰਨੀ ਹੈ ਕਿਸਾਨ ਦੋਸਤੋ, ਉਹਦੇ ਵਿੱਚ ਅਸੀਂ ਬਿਲਕੁਲ ਇਹ ਇੱਕ ਚੀਜ਼ ਦਾ ਖਿਆਲ ਰੱਖਣਾ ਹੈ, ਕਿਉਂਕਿ ਆਲੂ ਦੇ ਜਿਹੜੇ ਬੀਜ ਆ ਉਹਦੇ ਵਿੱਚ 6 ਤਰ੍ਹਾਂ ਦੇ ਵਾਇਰਸ ਜਿਹੜੇ ਜ਼ਿਆਦਾ ਇਫੈਕਟ ਕਰਦੇ ਆ। ਉਹ ਜਿਹੜੇ ਵਾਇਰਸ ਨੇ, ਉਹ ਜਿਹੜੇ ਬੂਟੇ ਨੇ ਜਿਹੜੇ ਅੱਗੇ ਤੁਹਾਡੇ ਹੁਣੇ, ਜੇਕਰ ਵਾਇਰਸ ਉਹਦੇ ਵਿੱਚ ਪਾਇਆ ਜਾਂਦਾ ਹੈ ਤੁਹਾਡੇ ਪਹਿਲੇ ਆਲੂਆਂ ਦੇ ਵਿੱਚ, ਤਾਂ ਉਹ ਅੱਗੇ ਵੀ ਆਏਗਾ ਤੇ ਐਂਡ ਦੇ ਵਿੱਚ ਜਿਹੜੀ ਤੁਹਾਡੀ ਪ੍ਰੋਡਕਸ਼ਨ ਆਖਰੀ ਤੱਕ ਜਾਣੀ ਹੈ ਉਹਦੇ ਵਿੱਚ ਵਾਇਰਸ ਉਹ ਵੱਧਦਾ ਜਾਏਗਾ ਤੇ ਓਵਰਆਲ ਜਿਹੜਾ ਤੁਹਾਡਾ ਝਾੜ ਘਟੇਗਾ। ਇਸ ਤੋਂ ਅਸੀਂ ਇਸ ਗੱਲ ਦਾ ਖਿਆਲ ਰੱਖਣਾ ਹੈ ਕਿ ਜਿਹੜੀ ਪਹਿਲਾਂ ਹੀ ਅਸੀਂ ਬੀਜ ਲੈਣੇ ਨੇ ਉਹ ਵਾਇਰਸ ਫ੍ਰੀ ਲਈਏ। ਜਿਹੜੇ ਸਰਕਾਰੀ ਫਾਰਮ ਨੇ ਜਾਂ ਜਿਹੜੇ ਸਰਟੀਫਾਈਡ ਜਾਂ ਫਿਰ ਐਕਰੀਡੇਟਡ ਲੈਬਾਂ ਨੇ ਜਿਹੜੀਆਂ ਬਾਗਬਾਨੀ ਵਿਭਾਗ ਵੱਲੋਂ ਕੀਤੀਆਂ ਗਈਆਂ ਨੇ, ਉਹਨਾਂ ਤੋਂ ਲਿਓ। ਤੇ ਦੂਜੀ ਮੇਰੀ ਜਿਹੜੀ ਹੈਗੀ ਆ ਮਹੱਤਤਾ ਜਿਹੜੀ ਦੱਸਣ ਦੀ ਬੀਜ ਦੇ ਸਰੋਤ ਦੀ, ਕਿਉਂਕਿ ਜੇਕਰ ਤੁਸੀਂ ਟ੍ਰੇਸਿਬਿਲਟੀ ਅੰਡਰ ਇਸ ਨੂੰ ਰਜਿਸਟਰ ਕਰਵਾਉਣਾ ਹੈ ਆਪਣੇ ਰਕਮੇ ਨੂੰ, ਤੇ ਉਹਦੇ ਵਿੱਚ ਵੀ ਬੀਜ ਦੀ ਸਰੋਤ ਤੁਸੀਂ ਕਿੱਥੋਂ ਲਿਆ ਹੈ, ਉਹਦੇ ਬਿੱਲ ਵਗੈਰਾ ਚਾਹੀਦੇ ਨੇ। ਉਹਦੇ ਨਾਲ ਹੀ ਜਿਹੜੀ ਇਹਦਾ ਤੁਸੀਂ ਏਰੀਆ ਹੈ ਟ੍ਰੇਸਿਬਿਲਟੀ ਅੰਡਰ ਰਜਿਸਟਰ ਕਰਵਾ ਸਕਦੇ। ਯਾਨੀ ਕਿ ਤੁਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿਹੜਾ ਬੀਜ ਕਿੱਥੋਂ ਆਇਆ
ਉਹਦੇ ਪੇਰੈਂਟ ਕੈਸੇ ਸੀਗੇ, ਗੱਲ ਉੱਥੇ ਆ ਗਈ ਨਾ। ਜੇ ਰਿਸ਼ਤਾ ਵੀ ਕਰਦੇ ਆਪਾਂ ਖਾਨਦਾਨ ਦੇਖਦੇ ਹਾਂ ਵੀ ਕਿੱਥੋਂ ਆਇਆ ਉਹ ਬੰਦੇ, ਜਿਹੜੇ ਚੰਗੇ ਆ ਤੇ ਗਾਂ ਚੰਗੇ ਬੱਚੇ ਹੋਣਗੇ। ਇਹ ਗੱਲ ਤੁਹਾਡੀ ਠੀਕ ਆ। ਅਸੀਂ ਫਸਲਾਂ ਵਿੱਚ ਵੀ ਇਹ ਜਿਹੜੀ ਚੀਜ਼ਾਂ ਅਪਣਾਵਾਂਗੇ ਤਾਂ ਅਸੀਂ ਆਪਣੇ ਝਾੜ ਵੱਧ ਪਾਵਾਂਗੇ। ਤੇ ਡਾਕਟਰ ਦਮਨ, ਮੈਂ ਤੁਹਾਡੇ ਕੋਲ ਦੁਆਰਾ ਇਸ ਕਰਕੇ ਆ ਰਿਹਾ ਸੀਗਾ ਕਿ ਤੁਸੀਂ ਸਾਨੂੰ ਟਿਸ਼ੂ ਕਲਚਰ ਜਾਣੂ ਕਰਾਤਾ। ਜੇ ਮਿਨੀ ਟਿਊਬਰ ਦੀ ਗੱਲ ਕਰਦੇ ਆ ਤਾਂ ਮਿਨੀ ਟਿਊਬਰ ਪੈਦਾ ਕਰਨ ਦੇ ਕਿਹੜੇ ਢੰਗ ਤਰੀਕੇ ਆ, ਤੇ ਜਿਹੜੇ ਖਾਸ ਤੌਰ ਤੇ ਉੱਤਮ ਤਕਨੀਕ ਜਿਹੜੀ ਆ ਉਹ ਕਿਹੜੀ ਮੰਨਦੇ ਹੋ? ਸ਼ਰਮਾ ਜੀ, ਜਿੱਦਾਂ ਸਤਵਿੰਦਰ ਜੀ ਨੇ ਟ੍ਰੇਸੇਬਿਲਟੀ 'ਚ ਗੱਲ ਕੀਤੀ ਕਿ ਇਸ ਤਕਨੀਕ ਦੀਆਂ ਸਟੇਜਾਂ ਹੁੰਦੀਆਂ G0, G1, G2, G3, G4, ਮਤਲਬ ਜਨਰੇਸ਼ਨ 0, ਜਨਰੇਸ਼ਨ 1, ਜਨਰੇਸ਼ਨ 3, ਇਸ ਤਰ੍ਹਾਂ ਜਿਵੇਂ ਫੋਨ ਵਾਲੇ ਕਹਿੰਦੇ ਆ 3G 4G 5G ਆ ਗਿਆ। ਬਿਲਕੁਲ ਇਸ ਤਰ੍ਹਾਂ ਆਲੂ ਦੀਆਂ ਬੀਜ ਦੀਆਂ ਜਨਰੇਸ਼ਨਾਂ ਬਣ ਗਈਆਂ ਜੀ। ਤੇ ਜਿਹੜੀ ਇਹ ਨਵੀਂ ਤਕਨੀਕ ਟਿਸ਼ੂ ਕਲਚਰ ਦੀ ਆਪਾਂ ਗੱਲ ਕੀਤੀ ਆ, ਇਹ ਬੂਟੇ ਲਗਾ ਕੇ ਅਸੀਂ ਜਿਹੜੀ ਜਨਰੇਸ਼ਨ ਪੈਦਾ ਕਰਨੀ ਉਹਨੂੰ G0 ਕਿਹਾ ਜਾਂਦਾ। ਸਭ ਤੋਂ ਪਹਿਲੀ ਜਨਰੇਸ਼ਨ ਹੈ ਜਨਰੇਸ਼ਨ 0 ਜੀ। ਉਸ ਨੂੰ ਆਪਾਂ ਪੈਦਾ ਕਰਨ ਦੇ ਆਪਣੇ ਕੋਲ 4 ਢੰਗ ਹੈਗੇ ਆ ਜੀ। ਪਹਿਲਾ ਸਭ ਤੋਂ ਢੰਗ ਹੈ ਕਿ ਅਸੀਂ ਬੰਦ ਕਮਰਿਆਂ 'ਚ ਜਿੱਥੇ ਕੰਟਰੋਲ ਕੰਡੀਸ਼ਨ 'ਚ ਟਿਸ਼ੂ ਕਲਚਰ ਦੇ ਬੂਟੇ ਪੈਦਾ ਕੀਤੇ ਆ ਉੱਥੇ ਹਨੇਰਾ ਕਰ ਦਈਏ। ਜਦੋਂ ਬੇਲਾਂ ਨੂੰ ਹਨੇਰਾ ਮਿਲਿਆ ਤੇ ਉਹਨਾਂ ਨੂੰ ਆਲੂ ਪੈਣੇ ਸ਼ੁਰੂ ਹੋ ਜਾਂਦੇ ਕੱਚ ਦੀਆਂ ਬੋਤਲਾਂ ਦੇ ਵਿੱਚ ਹੀ। ਉਹਨਾਂ ਨੂੰ ਆਪਾਂ ਮਾਈਕਰੋ ਟਿਊਬਰ ਕਹਿੰਦੇ ਆ। ਪਰ ਉਹਦੇ ਵਿੱਚ ਕੀ ਹੈ ਕਿ ਇੱਕ ਬੇਲ ਨੂੰ 1 ਜਾਂ 2 ਆਲੂ ਹੀ ਮੈਕਸਿਮਮ ਪੈਂਦੇ, ਬਿਲਕੁਲ ਛੋਟੇ ਆਕਾਰ ਤੇ ਉਹਨਾਂ ਨੂੰ ਸਾਂਭਣਾ ਮੁਸ਼ਕਲ ਹੁੰਦਾ। ਅਗਲਾ ਢੰਗ ਕੀ ਹੈ ਕਿ ਆਪਾਂ ਬੂਟਿਆਂ ਨੂੰ ਹਾਰਡਨ ਕਰਕੇ ਉਹਨਾਂ ਨੂੰ ਬਾਹਰਲੇ ਮੌਸਮ ਦੇ ਵਿੱਚ ਲਗਾਉਣ ਯੋਗ ਬਣਾ ਕੇ ਆਪਾਂ ਉਹਨਾਂ ਨੂੰ ਜਾਂ ਐਰੋਪੋਨਿਕ 'ਚ ਲਗਾ ਦਈਏ, ਜਾਂ ਮਿੱਟੀ ਦੇ ਵਿੱਚ ਜਾਲੀ ਵਾਲੇ ਘਰ ਜਿਹੜੇ ਨੈਟ ਹਾਊਸ ਆ ਉਹਨਾਂ ਦੇ ਵਿੱਚ ਲਗਾ ਦਈਏ, ਜਾਂ ਨਾਰੀਅਲ ਦੇ ਬੂਰੇ ਜਾਂ ਆਰਟੀਫੀਸ਼ੀਅਲ ਮੀਡੀਆ ਜਿਹੜਾ ਕਹਿੰਦੇ ਆ ਉਹਦੇ ਵਿੱਚ ਲਗਾ ਸਕਦੇ ਆ। ਪਹਿਲੀ ਤਕਨੀਕ ਜਿਹੜੀ ਮੈਂ ਐਰੋਪੋਨਿਕ ਦੀ ਗੱਲ ਕੀਤੀ ਆ, ਜੇਕਰ ਆਪਾਂ ਉਹਦੇ ਵਿੱਚ ਇਹ ਟਿਸ਼ੂ ਕਲਚਰ ਵਾਲੇ ਬੂਟੇ ਲਗਾਉਂਦੇ ਆ ਤੇ ਤਕਰੀਬਨ ਇੱਕ ਬੇਲ ਤੋਂ 50 ਆਲੂ ਵੀ ਐਵਰੇਜ ਆਪਾਂ ਤੋੜ ਸਕਦੇ ਆ। ਛੋਟੇ ਅੰਗੂਰਾਂ ਜਾਂ ਬੇਰਾਂ ਦੇ ਆਕਾਰ ਦੇ ਜਿਹੜੇ 2 ਤੋਂ 3 ਗ੍ਰਾਮ ਦਾ ਆਪਾਂ ਆਲੂ ਉਹਦੇ 'ਚ ਤੜਾਈ ਕਰੀਦੀ ਆ ਬੇਲਾਂ ਤੋਂ। ਹਵਾ 'ਚ ਆਲੂ ਪੈਦਾ ਕਰਨ ਵਾਲੀ ਜਿਹੜੀ ਐਰੋਪੋਨਿਕ ਤਕਨੀਕ ਹੈਗੀ ਆ। ਜਿਹੜੀ ਦੂਸਰੀ ਇਹਦੇ 'ਚ ਦੱਸਿਆ ਮੈਂ ਕਿ ਆਪਾਂ ਮਿੱਟੀ ਵਿੱਚ ਵੀ ਲਗਾ ਸਕਦੇ ਹਾਂ ਜਾਂ ਨਾਰੀਅਲ ਦੇ ਬੂਰੇ ਦੇ ਵਿੱਚ ਲਗਾਈਏ, ਉੱਥੇ ਤਕਰੀਬਨ ਇੱਕ ਬੇਲ ਨੂੰ 4 ਜਾਂ 5 ਆਲੂ ਹੀ ਪੈਂਦੇ ਆ ਕੋਕੋਪੀਟ 'ਚ। ਕੋਕੋਪੀਟ ਜੀ। ਤੇ ਇਸੇ ਤਰ੍ਹਾਂ ਇੱਕ ਹੋਰ ਤਕਨੀਕ ਹੈ ਕਿ ਇੱਕ ਆਪਾਂ ਬੂਟਾ ਟਿਸ਼ੂ ਕਲਚਰ ਦਾ ਬਾਹਰ ਲਿਜਾ ਕੇ ਕੋਕੋਪੀਟ ਦੇ ਵਿੱਚ ਲਗਾ ਦਈਏ। ਫਿਰ ਕੀ ਹੈ ਕਿ ਉਹਦੀ ਆਪਾਂ ਥੋੜ੍ਹੇ ਦਿਨਾਂ ਬਾਅਦ ਕਰੁੰਬਲ ਕੱਟ ਦਈਏ, ਸਾਈਡ ਵਾਲੀਆਂ ਸ਼ਾਖਾਂ ਉਹਦੀਆਂ ਫੁੱਟ ਪੈਂਦੀਆਂ। ਉਹ ਸਾਈਡ ਵਾਲੀਆਂ ਜਿਹੜੀਆਂ ਸ਼ਾਖਾਂ ਫੁੱਟੀਆਂ ਹੁੰਦੀਆਂ ਉਹਨਾਂ ਨੂੰ ਫਿਰ ਤੋੜ ਕੇ ਉਹਨਾਂ ਨੂੰ ਆਪਾਂ ਜੜ੍ਹਾਂ ਕਢਾ ਸਕਦੇ ਹਾਂ ਨਵੇਂ ਮੀਡੀਆ ਦੇ ਵਿੱਚ ਲਾ ਕੇ। ਇਸ ਤਰ੍ਹਾਂ ਇੱਕ ਬੂਟੇ ਤੋਂ ਮੰਨ ਲਓ ਆਪਾਂ 4 ਸ਼ਾਖਾ ਤੋੜ ਕੇ 4 ਬੂਟੇ ਬਣਾਏ, ਫਿਰ ਉਹ 4 ਬੂਟਿਆਂ ਤੋਂ 4-4 ਸ਼ਾਖਾ ਤੋੜ ਕੇ 16 ਬੂਟੇ ਬਣਾ ਲਏ। ਇਸ ਤਰ੍ਹਾਂ ਪਹਿਲਾਂ ਬੂਟਿਆਂ ਨੂੰ ਮਲਟੀਪਲਾਈ ਕਰਕੇ ਉਸ ਤੋਂ ਬਾਅਦ ਆਪਾਂ ਆਲੂ ਲੈ ਸਕਦੇ ਹਾਂ ਜਿਹੜਾ ਕਿ ਜਨਰੇਸ਼ਨ 0 ਦਾ। ਸਭ ਤੋਂ ਵਧੀਆ ਕਿਹੜੀ ਮੰਨਦੇ ਤੁਸੀਂ? ਸਭ ਤੋਂ ਵਧੀਆ ਤਕਨੀਕ ਅਸੀਂ ਐਰੋਪੋਨਿਕ ਨੂੰ ਫਿਲਹਾਲ ਮੰਨ ਰਹੇ ਹਾਂ, ਕਿਉਂਕਿ ਇਹਦੇ ਵਿੱਚ ਤਕਰੀਬਨ 50 ਆਲੂ ਜਿਹੜੇ ਇੱਕ ਆਪਣੇ ਆਕਾਰ ਦੇ 2 ਤੋਂ 3 ਗ੍ਰਾਮ ਦੇ ਆਪਾਂ ਇੱਕ ਬੇਲ ਤੋਂ ਤੋੜ ਸਕਦੇ ਹਾਂ। ਫੈਕਟਰ ਜਿਹੜਾ ਇਹਦੇ 'ਚ ਇਫੈਕਟ ਸਿਰਫ ਇਹੀ ਕਰ ਰਿਹਾ ਕਿ ਆਪਾਂ ਐਰੋਪੋਨਿਕ ਵਾਲੇ ਆਲੂ ਹਵਾ ਦੇ ਵਿੱਚ ਆ, ਜਿਹੜਾ ਉਹਦੀਆਂ ਆਪਾਂ ਆਪਣੇ ਹਿਸਾਬ ਦੇ ਆਲੂ ਤੋੜ ਕੇ ਤੇ ਨਵੇਂ ਆਲੂ ਉੱਥੇ ਪੈਦਾ ਹੋ ਰਹੇ ਆ। ਜਦ ਕਿ ਜੇ ਮਿੱਟੀ ਦੇ ਵਿੱਚ ਲਗਾਈਏ ਜਾਂ ਨਾਰੀਅਲ ਦੇ ਬੂਰੇ ਦੇ ਵਿੱਚ ਲਾ ਦਈਏ ਤੇ ਇੱਕ ਵਾਰੀ ਅਸੀਂ ਉਹਨੂੰ ਪੱਟ ਲਈਏ ਆਲੂ ਦੇ ਬੂਟੇ ਨੂੰ ਤਾਂ ਆਲੂ ਦਾ ਬੂਟਾ ਖਤਮ ਹੋ ਜਾਣਾ, ਜਿਹੜੇ 4-5 ਆਲੂ ਥੱਲੇ ਪਏ ਆ ਉਹੀ ਸਾਡੇ ਹਿੱਸੇ ਆਉਣੇ ਆ। ਤੇ ਜਿਹੜੇ ਆਪਣਾ ਸਤਵਿੰਦਰ ਜੀ ਆਪਾਂ ਟ੍ਰੇਸੇਬਿਲਟੀ ਰਾਹੀਂ ਜਿਹੜੇ ਆਲੂ ਆਪਾਂ ਮੁਹੱਈਆ ਕਰਾਉਂਦੇ ਆ, ਤਾਂ ਟ੍ਰੇਸੇਬਿਲਟੀ ਦੇ ਰਾਹੀਂ ਇਹਨਾਂ ਬੀਜਾਂ ਦੇ ਵਿੱਚ ਸੁਧਾਰ, ਜਾਂ ਇਹ ਕਹਿ ਲਈਏ ਕਿ ਜਿਹੜੇ ਅਸੀਂ ਦੂਜੇ ਰਾਜਾਂ ਨੂੰ ਭੇਜਦੇ ਆ ਸਪਲਾਈ ਕਰਨ ਵਿੱਚ, ਇਹ ਟ੍ਰੇਸੇਬਿਲਟੀ ਕਿਵੇਂ ਮਦਦ ਕਰਦੀ ਆ? ਸ਼ਰਮਾ ਜੀ, ਟ੍ਰੇਸੇਬਿਲਟੀ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਜਿਹੜੇ G0, G1, G3 ਜਿਹੜੀਆਂ ਸਟੇਜਾਂ ਨੇ ਬੀਜ ਦੀਆਂ, ਉਹ ਇਹਨਾਂ ਨੇ ਤਾਂ ਉਗਾ ਲੀਆਂ, ਲੇਕਿਨ ਜੇ ਸੁਧਾਰ ਦੀ ਗੱਲ ਕਰੀਏ ਉਹਦੇ ਵਿੱਚ ਸੁਧਾਰ ਉਹਦੇ ਕੌਣ ਦੇਖ ਰਿਹਾ, ਕੌਣ ਉਹਦੀ ਦੇਖ ਰੇਖ ਕਰ ਰਿਹਾ, ਉਹਦੇ ਵਿੱਚ ਕਿ ਜਿਹੜੀ ਸੀਡ ਸਰਟੀਫਿਕੇਸ਼ਨ ਡਿਪਾਰਟਮੈਂਟ ਹੈਗਾ ਉਹ, ਬਾਗਬਾਨੀ ਵਿਭਾਗ ਦੇ ਮਾਹਰ ਤੇ ਉਸ ਤੋਂ ਬਾਅਦ ਜਿਹੜੇ ਪੰਜਾਬ ਐਗਰੂ ਦੇ ਟ੍ਰੇਸੇਬਿਲਟੀ ਦੇ ਮਾਹਰ ਨੇ ਉਹ ਇਕੱਠੇ ਇੰਸਪੈਕਸ਼ਨਾਂ ਕਰਦੇ ਨੇ। ਜਿਵੇਂ ਕਿ ਪ੍ਰਮਾਣਿਤ ਬੀਜ ਜਿਹੜੇ ਸਰਟੀਫਾਈਡ ਬੀਜ ਹੁੰਦੇ ਨੇ ਉਹਦੇ ਵਿੱਚ 4 ਇੰਸਪੈਕਸ਼ਨਾਂ ਹੁੰਦੀਆਂ ਨੇ। ਇਵੇਂ ਹੀ ਜਿਹੜੇ ਟਿਸ਼ੂ ਕਲਚਰ ਤੋਂ ਤਿਆਰ ਹੋਏ ਨੇ ਜਾਂ ਐਰੋਪੋਨਿਕ ਤੋਂ ਤਿਆਰ ਹੋਏ ਜਿਹੜੇ ਆਲੂ ਨੇ ਉਹਨਾਂ ਦੀ ਜਿਹੜੀ ਇੰਸਪੈਕਸ਼ਨਾਂ ਹੁੰਦੀਆਂ ਨੇ ਪ੍ਰੋਪਰ, ਉਹਦੇ ਕੋਈ ਕਿਸੇ ਵੀ ਤਰ੍ਹਾਂ ਦਾ ਵਾਇਰਸ ਹੈ ਜਾਂ ਕੋਈ ਬਿਮਾਰੀ ਹੈ ਉਹਦੀ ਦੇਖ ਰੇਖ ਉਹ ਸਾਰਾ ਇੱਕ ਪ੍ਰੋਪਰ ਟੀਮ ਬਣੀ ਹੁੰਦੀ ਹੈ ਜਿਹੜੀ ਕਰਦੀ ਹੈ। ਜਿਹੜੇ ਮਤਲਬ ਉਹਦੇ ਵਿੱਚ ਕੀ ਸੁਧਾਰ ਚੈੱਕ ਹੋ ਰਿਹਾ ਕਿ ਹਾਂ ਉਹ ਜਿਹੜੇ ਵਧੀਆ ਕੁਆਲਿਟੀ ਦਾ ਬੀਜ ਜਿਹੜਾ ਬਣ ਰਿਹਾ ਹੈ। ਜਿਹੜੀ ਤੁਸੀਂ ਦੂਜੀ ਗੱਲ ਕੀਤੀ ਹੈ ਦੂਜੇ ਰਾਜਾਂ ਦੀ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਜਿਹੜਾ QR ਕੋਡ ਹੈ ਉਹਦੇ ਵਿੱਚ ਸਾਰੀ ਡਾਟਾ ਫੀਡ ਹੁੰਦਾ ਹੈ ਕਿ ਅਸੀਂ ਕਿਸ ਏਰੀਏ ਤੋਂ ਇਹ ਆਲੂ ਲਿਆ ਹੈ। ਤੁਸੀਂ ਜਾਣਦੇ ਹੋਵੋਗੇ ਕਿ ਜਿਵੇਂ ਪੰਜਾਬ ਦਾ ਜਿਹੜਾ ਜ਼ਿਆਦਾਤਰ ਹਿੱਸਾ ਹੈ, ਪੰਜਾਬ ਦਾ ਕਰੀਬ 60% ਹਿੱਸਾ ਬੀਜ ਦੇ ਲਈ ਉਗਾਇਆ ਜਾਂਦਾ, ਅਤੇ ਉਹਦੇ ਵਿੱਚੋਂ ਜਿਹੜਾ 65% ਹਿੱਸਾ ਹੈ ਉਹ ਆਪਾਂ ਆਊਟਰ ਪੰਜਾਬ ਮਤਲਬ ਅਦਰ ਸਟੇਟਸ ਨੂੰ ਭੇਜਦੇ ਹਾਂ। ਅਤੇ ਉਹਦੇ 'ਚ ਜਿਹੜਾ ਟ੍ਰੇਸੇਬਿਲਟੀ ਵਾਲਾ ਬੀਜ ਹੈ, ਕਿਉਂਕਿ ਕੀ ਹੋ ਰਿਹਾ ਕਿ ਜਿਹੜੇ ਕੁਝ ਵਪਾਰੀ ਨੇ ਜਾਂ ਕੁਝ ਪੰਜਾਬ ਨੂੰ ਜਿਹੜੀ ਢਾਲ ਆ ਰਹੇ ਨੇ ਬੰਦੇ, ਉਹ ਪੰਜਾਬ ਦਾ ਆਲੂ ਕਹਿ ਕੇ ਦੂਜੇ ਸਟੇਟਾਂ ਨੂੰ ਦੇ ਰਹੇ ਨੇ, ਲੇਕਿਨ ਪੰਜਾਬ ਦੀ ਜਿਹੜੀ ਆਲੂ ਨੇ ਉਹ ਤਾਂ ਇੰਨੀ ਪ੍ਰੋਡਕਸ਼ਨ ਹੈ ਨਹੀਂ, ਪ੍ਰੋਡਕਸ਼ਨ ਘੱਟ ਹੈ। ਅਤੇ ਜਿਹੜਾ ਜੇ ਤੁਸੀਂ ਟ੍ਰੇਸੇਬਿਲਟੀ ਵਾਲਾ ਬੀਜ ਲਓਗੇ ਉਹਦੇ ਉੱਤੇ ਪ੍ਰੋਪਰ QR ਕੋਡ ਲੱਗਿਆ ਹੋਇਆ ਹੈ,
ਉਹ ਜਦੋਂ ਤੁਸੀਂ ਸਕੈਨ ਕਰੋਗੇ ਤੁਹਾਨੂੰ ਆਥੈਂਟਿਸਿਟੀ ਹੋ ਜਾਏਗੀ ਕਿ ਹਾਂ ਇਹ ਪੰਜਾਬ ਤੋਂ ਹੀ ਤੁਰਿਆ ਹੋਇਆ ਬੀਜ ਹੈ, ਪੰਜਾਬ ਤੋਂ ਹੀ ਆਇਆ ਹੋਇਆ। ਤੁਹਾਡਾ ਮਤਲਬ ਆ ਵੀ ਜਿਹੜਾ ਖਰੀਦਦਾਰ ਬੈਠਾ ਭਾਵੇਂ ਉਹ ਹਸਨ ਚਾ, ਕੁਲਾਰ ਚਾ, ਕਰਨਾਟਕਾ ਚਾ, ਵੈਸਟ ਬੰਗਾਲ ਚਾ, ਉਹਨੂੰ ਜਦੋਂ QR ਕੋਡ ਕੇ ਯਕੀਨ ਆ ਜਾਊਗਾ, ਭਰੋਸੇਯੋਗਤਾ ਬਣ ਜੂਗੀ ਪੰਜਾਬ ਤੋਂ ਆਇਆ, ਨਹੀਂ ਤਾਂ ਧੋਖਾ ਉਹਦਾ ਹੁੰਦਾ ਚਾਂਸ ਹੁੰਦਾ, ਧੋਖਾ ਨਹੀਂ ਹੋ ਸਕਦਾ। ਅਖੀਰ ਵਿੱਚ ਮੈਂ ਡਾਕਟਰ ਦਮਨ ਤੁਹਾਡੇ ਕੋਲ ਆ ਰਿਹਾ ਕਿ ਆਪਾਂ ਗੱਲ ਐਰੋਪੋਨਿਕਸ ਦੀ ਕੀਤੀ, ਆਪਾਂ ਗੱਲ ਕੀਤੀ ਟਿਸ਼ੂ ਕਲਚਰ ਦੀ, ਤਾਂ ਕਿਹੜੀਆਂ ਐਸੀ ਸੰਸਥਾਵਾਂ ਜਿਹਦੇ ਨਾਲ ਜੁੜ ਕੇ ਕਿਸਾਨ ਜਿਹੜੇ ਆ ਉਹ ਐਰੋਪੋਨਿਕਸ ਜਾਂ ਨੈਟ ਹਾਊਸ ਨਾਲ ਅਪਣਾ ਕੇ ਆਪਣਾ ਫਾਇਦਾ ਕਰ ਸਕਦੇ ਆ? ਐਰੋਪੋਨਿਕਸ ਜਿਹੜੀ ਤਕਨੀਕ ਹੈ ਸਪੈਸੀਫਿਕਲੀ CPRI ਸ਼ਿਮਲਾ, ਸੈਂਟਰਲ ਪੋਟੈਟੋ ਰਿਸਰਚ ਇੰਸਟੀਚਿਊਟ ਸ਼ਿਮਲਾ, ਉਹਨਾਂ ਨੇ ਇਸ 'ਤੇ ਤਜਰਬੇ ਕਰਕੇ ਇਹਨੂੰ ਸਕਸੈਸਫੁਲ ਕੀਤਾ। ਸੋ ਇਹੀ ਸੰਸਥਾ ਇੱਕ ਹੈਗੀ ਹੈ ਜਿਹੜੀ ਇਹਦੇ ਬਾਰੇ MOU ਜਿਹੜਾ ਕਿਸਾਨ ਕਰ ਸਕਦੇ ਆ ਅਤੇ ਆਪਣਾ ਐਰੋਪੋਨਿਕ ਯੂਨਿਟ ਆਪਣੇ ਪੱਧਰ 'ਤੇ ਆਪਣੇ ਖੇਤਾਂ ਵਿੱਚ ਲਾ ਕੇ ਆਪਣਾ ਬੀਜ ਪੈਦਾ ਕਰ ਸਕਦੇ। ਕੇਂਦਰੀ ਆਲੂ ਖੋਜ ਸੰਸਥਾ ਸ਼ਿਮਲਾ ਜੀ, CPRI ਕਹਿੰਦੇ, PRI ਸੈਂਟਰਲ ਪੋਟੈਟੋ ਰਿਸਰਚ ਇੰਸਟੀਚਿਊਟ ਸ਼ਿਮਲਾ। ਤੇ ਦੂਸਰੀ ਜਿਹੜੀ ਨੈਟ ਹਾਊਸ ਦੀ ਤਕਨੀਕ ਆ, ਨੈਟ ਹਾਊਸ ਯੂਨਿਟ ਜਿਹੜਾ 40 ਮੈਸ਼ ਦੀ ਜਾਲੀ ਉਹਦੇ ਵਿੱਚ ਲੱਗਦੀ ਆ, ਉਹਦੇ ਸਾਡੇ ਕੋਲ ਨੈਸ਼ਨਲ ਹਾਰਟੀਕਲਚਰ ਮਿਸ਼ਨ ਵੀ ਹਾਰਟੀਕਲਚਰ ਡਿਪਾਰਟਮੈਂਟ 'ਚ ਚੱਲਦਾ, ਕੌਮੀ ਬਾਗਬਾਨੀ ਮਿਸ਼ਨ, ਉਹਦੇ ਅੰਡਰ ਸਬਸਿਡੀ ਵੀ ਉਪਲਬਧ ਹੈ। ਇਹ ਨੈਟ ਹਾਊਸ ਕੋਈ ਵੀ ਕਿਸਾਨ ਲਗਾ ਸਕਦਾ ਤੇ ਆਪਣਾ ਬੀਜ ਇਹਦੇ ਵਿੱਚ ਆਲੂ ਦਾ ਜਿਹੜਾ ਉਹ ਪੈਦਾ ਕਰ ਸਕਦਾ ਵਾਇਰਸ ਫ੍ਰੀ। ਯਾਨੀ ਜਿਹੜੀਆਂ ਸਰਟੀਫਾਈਡ ਜਾਂ ਪ੍ਰਮਾਣਿਤ ਸਤਿੰਦਰ ਜੀ ਆਪਣੀਆਂ ਕਿਸਮਾਂ ਹੁੰਦੀਆਂ, ਉਹਦੇ ਵਿੱਚ ਜਿਹੜੀ ਸਰਟੀਫਾਈਡ ਤੇ ਪ੍ਰਮਾਣਿਤ ਬੀਜਾਂ ਵਿੱਚ ਵੀ ਟਰੇਸੇਬਿਲਟੀ ਜਿਹੜੀ ਆ ਉਹ ਕੀਤੀ ਜਾ ਰਹੀ ਆ? ਜੀ ਬਿਲਕੁਲ ਸ਼ਰਮਾ ਜੀ, ਅਸੀਂ ਜਿਹੜੀ ਟਰੇਸੇਬਿਲਟੀ ਹੈ ਪਿਛਲੇ 3 ਸਾਲ ਤੋਂ ਕਰ ਰਹੇ ਹਾਂ। ਜਿਹੜੇ ਪ੍ਰਮਾਣਿਤ ਜਿਨ੍ਹਾਂ ਨੂੰ ਕਿ ਸਰਟੀਫਾਈਡ ਬੀਜ ਵੀ ਕਿਹਾ ਜਾਂਦਾ ਹੈ, ਜਿਹਦੇ ਵਿੱਚ ਕੁਫਰੀ ਜੋਤੀ, ਕੁਫਰੀ ਪੁਖਰਾਜ, ਕੁਫਰੀ ਹਿਮਾਲਨੀ ਆਦਿ ਵੈਰਾਈਟੀਆਂ ਆਉਂਦੀਆਂ ਨੇ, ਇਹਦੇ ਵਿੱਚ ਅਸੀਂ ਟਰੇਸੇਬਿਲਟੀ ਪਿਛਲੇ 3 ਸਾਲ ਤੋਂ ਕਰ ਰਹੇ ਹਾਂ ਅਤੇ ਇਹ ਨਿਰੰਤਰ ਚੱਲ ਰਹੀ ਹੈ। ਇਸ ਤੋਂ ਇਲਾਵਾ ਜਿਵੇਂ ਹੁਣ ਆਪਾਂ ਟਿਸ਼ੂ ਕਲਚਰ ਦੇ ਵਿੱਚ ਵੀ, ਐਰੋਪੋਨਿਕ ਦੇ ਵਿੱਚ ਵੀ ਜਿਹੜੀ ਟਰੇਸੇਬਿਲਟੀ ਲਿਆ ਰਹੇ ਹਾਂ, ਲੇਕਿਨ ਇਸ ਤੋਂ ਬਾਅਦ ਵੀ ਸ਼ਰਮਾ ਜੀ ਇੱਕ ਸਟੇਜ ਆਉਂਦੀ ਹੈ ਜਿਸ ਨੂੰ ਟਰੁਥਫੁਲ ਲੈਵਲ ਕਿਹਾ ਜਾਂਦਾ ਜਾਂ TL ਲੈਵਲ ਦਾ ਬੀਜ ਕਿਹਾ ਜਾਂਦਾ ਹੈ, ਜਿਹੜੇ ਕਿ ਜ਼ਿਮੀਂਦਾਰ ਆਪ ਦੇ ਲੈਵਲ 'ਤੇ ਕਰਦੇ ਨੇ, ਲੇਕਿਨ ਉਸ ਦੇ ਉੱਤੇ ਗੱਲ ਉਹੀ ਆ ਕਿ ਕੋਈ ਚੈੱਕ ਨਹੀਂ ਹੁੰਦਾ ਕਿ ਉਹਦੀ ਇੰਸਪੈਕਸ਼ਨ ਜਾਂ ਕੌਣ ਕਰ ਰਿਹਾ ਹੈ। ਇਸੇ ਵਾਸਤੇ ਜਿਹੜੀ ਟਰੇਸੇਬਿਲਟੀ ਹੈ ਉਹ ਆਪਾਂ ਜਿਹੜੀ ਕਰ ਰਹੇ ਹਾਂ। ਸਰਟੀਫਾਈਡ ਦੇ ਵਿੱਚ ਜਿਹੜੀਆਂ ਕਿ ਨੋਰਮਸ ਜਾਂ ਸਟੈਂਡਰਡ ਬਣੇ ਹੋਏ ਨੇ, ਉਹੀ ਨੋਰਮਸ ਦੇ ਹਿਸਾਬ ਨਾਲ ਅਸੀਂ ਐਰੋਪੋਨਿਕ ਦੇ ਵਿੱਚ ਵੀ ਇੰਸਪੈਕਸ਼ਨ ਕਰਾਂਗੇ। ਅਤੇ ਜਿਹੜੇ TL ਹੈ ਉਹਦੇ ਵਿੱਚ ਵੀ, TL ਤਾਂ ਅਸੀਂ ਪਿਛਲੇ ਸਾਲ ਵੀ ਥੋੜ੍ਹਾ ਏਰੀਆ ਕੀਤਾ ਸੀ ਅਤੇ ਇਸ ਸਾਲ ਉਹਨੂੰ ਵੀ ਵਧਾ ਰਹੇ ਹਾਂ। ਅਤੇ ਟਰੇਸੇਬਿਲਟੀ ਦੇ ਵਿੱਚ ਜੋ ਨੋਰਮਸ ਸਰਟੀਫਿਕੇਸ਼ਨ ਦੇ ਨੇ ਉਹੀ ਟਰੇਸੇਬਿਲਟੀ ਵਿੱਚ ਰਹਿਣਗੇ। ਅਤੇ ਮੇਰੀ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਉਹ TL, ਐਰੋਪੋਨਿਕ ਅਤੇ ਸਰਟੀਫਾਈਡ ਦਾ ਰਕਬਾ ਜ਼ਰੂਰ ਰਜਿਸਟਰਡ ਕਰਵਾਉਣ ਅਤੇ ਨਾਲ ਟਰੇਸੇਬਿਲਟੀ ਵਿੱਚ ਵੀ। ਦੋਸਤੋ, ਹੁਣ ਅਸੀਂ ਪ੍ਰੋਗਰਾਮ ਦੇ ਅੰਤ ਵਿੱਚ ਆ ਪਹੁੰਚੇ ਹਾਂ ਅਤੇ ਮੇਰੀ ਬੇਨਤੀ ਡਾਕਟਰ ਦਮਨ ਨੂੰ ਹੈਗੀ ਆ ਕਿ ਦਮਨ ਜੀ, ਤੁਸੀਂ ਸਾਡੇ ਕਿਸਾਨਾਂ ਨੂੰ ਇਸ ਵਿਸ਼ੇ 'ਤੇ ਸੰਦੇਸ਼ ਕੀ ਦੇਣਾ ਚਾਹੋਗੇ? ਸੋ ਮੇਰੇ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਹੈ ਕਿ ਅਸੀਂ ਆਪਣਾ ਵੀ ਆਪ ਬਣਾਈਏ, ਕਿਸੇ 'ਤੇ ਨਿਰਭਰ ਨਾ ਰਹੀਏ, ਤਾਂ ਜੋ ਸਾਡੀ ਕੁਆਲਿਟੀ ਜਿਹੜੀ ਆ ਉਹੀ ਬਣੀ ਰਵੇ ਅਤੇ ਆਪਾਂ ਦੂਸਰੇ ਰਾਜਾਂ ਨੂੰ ਜੇ ਭੇਜਦੇ ਹਾਂ ਤਾਂ ਉਹ ਵੀ ਵਧੀਆ ਕੁਆਲਿਟੀ ਦਾ ਬੀਜ ਭੇਜੀਏ ਇੱਥੋਂ ਤੇ ਪੰਜਾਬ ਦਾ ਨਾਂ ਹੋਰ ਉੱਚਾ ਕਰੀਏ। ਹੋਰ ਉੱਚਾ ਕਰੀਏ। ਤੇ ਸਤਿੰਦਰ ਜੀ, ਇਸ ਤਰ੍ਹਾਂ ਤੁਸੀਂ ਪੰਜਾਬ ਐਗਰੋ ਵੱਲੋਂ ਆਪਣੇ ਪ੍ਰੋਜੈਕਟ ਵੱਲੋਂ ਕਿਸਾਨਾਂ ਨੂੰ ਕੀ ਸੰਦੇਸ਼ ਦਿਓਗੇ? ਕਿਸਾਨ ਵੀਰਾਂ ਨੂੰ ਇਹੀ ਸੰਦੇਸ਼ ਦੇਵਾਂਗਾ ਜਾਂ ਆਪਣਾ ਵਿਚਾਰ ਰੱਖਾਂਗਾ ਕਿ ਜਿਹੜੇ ਵੀ ਤੁਸੀਂ ਬਾਗਬਾਨੀ ਦੇ ਫਾਰਮਾਂ ਤੋਂ ਜਾਂ ਆਪਣੇ ਜਿਹੜੇ ਜ਼ਿਮੀਂਦਾਰਾਂ ਤੋਂ, ਜਿਵੇਂ ਡਾਕਟਰ ਦਮਨ ਜੀ ਨੇ ਕਿਹਾ ਕਿ ਤੁਸੀਂ ਇਹ ਲੈ ਰਹੇ ਹੋ ਬੀਜ, ਉਹਦੀ ਟਰੇਸੇਬਿਲਟੀ ਜ਼ਰੂਰ ਕਰਵਾਓ ਤਾਂ ਕਿ ਉਹਦੇ ਜਿਹੜਾ ਇੰਸਪੈਕਸ਼ਨ ਦਾ ਚੈੱਕ ਬਣਿਆ ਰਹੇ ਅਤੇ ਤੁਹਾਡੀ ਜਿਹੜੀ ਕੁਆਲਿਟੀ ਹੈ ਉਹ ਬਣੀ ਰਹੇ। ਜੇਕਰ ਤੁਸੀਂ ਕਿਤੇ ਹੋਰ ਸਟੇਟਾਂ ਨੂੰ ਵੀ ਆਪਣਾ ਮਾਲ ਭੇਜ ਰਹੇ ਹੋ ਅਤੇ ਉਹਨਾਂ ਨੂੰ ਵੀ ਪੂਰਾ ਵਿਸ਼ਵਾਸ ਰਹੇ ਕਿ ਇਹ ਪੰਜਾਬ ਤੋਂ ਆਇਆ ਹੋਇਆ ਬੀਜ ਹੈ ਅਤੇ ਉੱਤਮ ਕੁਆਲਿਟੀ ਦਾ ਜਿਹੜਾ ਬੀਜ ਹੈਗਾ ਆ। ਸੋ ਕਿਸਾਨ ਦੋਸਤੋ, ਸਮਾਂ ਆ ਗਿਆ ਮੈਂ ਤੁਹਾਡੇ ਵੱਲੋਂ, ਆਪਣੇ ਵੱਲੋਂ, ਪੰਜਾਬ ਐਗਰੋ ਵੱਲੋਂ ਜਾਂ ਪੰਜ ਦਰਿਆ ਦੀ ਪੂਰੀ ਟੀਮ ਵੱਲੋਂ ਧੰਨਵਾਦ ਕਰਾਂ ਸਤਿੰਦਰ ਜੀ ਦਾ, ਦਮਨ ਜੀ ਦਾ। ਤੁਸੀਂ ਇੱਥੇ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਆਮ ਕਿਸਾਨ ਨੂੰ ਬਣਾਵੇ ਹਾਈ ਅਚੀਵਰ, ਪੰਜਾਬ ਐਗਰੋ ਦਾ 5 ਰਿਵਰ। ਸੁਣੋ ਭਰਾਵੋ, ਸਿਹਤ ਵਾਸਤੇ ਗੱਲ ਸਿਆਣਿਆਂ ਦੱਸੀ, ਸਹੀ ਭਰੋਸੇਮੰਦ ਵੇਰਕਾ ਦੁੱਧ ਦਹੀਂ ਤੇ ਲੱਸੀ। ਇਹ ਪੰਜਾਬ ਮੇਰੇ ਦੇ ਵੀਰ, ਇਹਨਾਂ ਦੇ ਮਿਰਗਾਂ ਜਿਹੇ ਸ਼ਰੀਰ, ਹੌਸਲੇ ਸ਼ੇਰਾਂ ਵਰਗੇ ਨੇ, ਵੇਰਕਾ ਦਾ ਦੁੱਧ ਪੀਂਦੇ, ਵੇਰਕਾ ਦਾ ਦੁੱਧ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਸਤਵੀਰ ਸੱਤੀ। ਤੁਸੀਂ ਵੇਖ ਰਹੇ ਹੋ ਪੰਜਾਬ ਐਗਰੋ ਦਾ ਹਫ਼ਤਾਵਾਰੀ ਪ੍ਰੋਗਰਾਮ ਪੰਜ ਦਰਿਆ। ਤੇ ਹੁਣ ਪੇਸ਼ ਨੇ ਡਾਕਟਰ ਰਣਜੀਤ ਸਿੰਘ ਤਾਂਬੜ, ਸਾਬਕਾ ਮੁਖੀ ਪ੍ਰਸਾਰ ਸਿੱਖਿਆ ਵਿਭਾਗ PAU ਵੱਲੋਂ ਲਿਖੀਆਂ ਗਈਆਂ ਖੇਤੀ ਗਤੀਵਿਧੀਆਂ। ਕਿਸਾਨ ਵੀਰੋ, ਪੰਜਾਬ ਵਿੱਚ ਵਾਹੀ ਹੇਠ ਲਗਭਗ ਸਾਰੀ ਧਰਤੀ ਹੀ ਸਿੰਜੂ ਹੈ। ਇੱਥੇ ਮੌਸਮ ਵੀ ਸਾਰੇ ਹੀ ਆਉਂਦੇ ਹਨ। ਇਸੇ ਧਰਤੀ ਉੱਤੇ ਸਾਰਾ ਸਾਲ ਹਰੇ ਚਾਰਿਆਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਇਸੇ ਕਰਕੇ ਪੰਜਾਬ ਦੇ ਦੁਧਾਰੂ ਪਸ਼ੂ ਦੂਜੇ ਸੂਬਿਆਂ ਦੇ ਮੁਕਾਬਲੇ ਵੱਧ ਦੁੱਧ ਦਿੰਦੇ ਹਨ। ਪੰਜਾਬ ਵਿੱਚ ਦੇਸ਼ ਦੇ ਦੁਧਾਰੂ ਪਸ਼ੂਆਂ ਦਾ 2% ਹੈ, ਪਰ ਦੇਸ਼ ਦੇ ਸਾਰੇ ਦੁੱਧ ਦੀ ਪੈਦਾਵਾਰ ਦਾ 8% ਇੱਥੇ ਹੁੰਦਾ ਹੈ। ਇਹ ਵੀ ਵੇਖਣ ਵਿੱਚ ਆਇਆ ਹੈ ਕਿ ਸਿੰਚਾਈ ਹੋਣ ਦੇ ਬਾਵਜੂਦ ਹਰੇ ਚਾਰੇ ਦੀ ਪੈਦਾਵਾਰ ਲੋੜ ਤੋਂ ਘੱਟ ਹੈ। ਪੰਜਾਬ ਵਿੱਚ ਹਰੇ ਚਾਰੇ ਹੇਠ ਰਕਬੇ ਵਿੱਚ ਵਾਧੇ ਦੀ ਲੋੜ ਹੈ ਤਾਂ ਜੋ ਪੈਦਾਵਾਰ ਵਿੱਚ ਵਾਧਾ ਹੋ ਸਕੇ।
ਕਿਸਾਨ ਵੀਰੋ, ਸਰਦੀਆਂ ਦਾ ਮੁੱਖ ਚਾਰਾ ਬਰਸੀਮ ਹੈ। ਇਸ ਦੀ ਬਿਜਾਈ ਸਤੰਬਰ ਦੇ ਅਖੀਰ ਅਤੇ ਅਕਤੂਬਰ ਦੇ ਸ਼ੁਰੂ ਵਿੱਚ ਕੀਤੀ ਜਾਂਦੀ ਹੈ। ਪੰਜਾਬ ਵਿੱਚ ਇਸ ਦੀ ਕਾਸ਼ਤ ਕੋਈ 2 ਲੱਖ ਹੈਕਟੇਅਰ ਤੋਂ ਵੱਧ ਰਕਬੇ ਵਿੱਚ ਕੀਤੀ ਜਾਂਦੀ ਹੈ। ਜੇਕਰ ਨਵੇਂ ਖੇਤ ਵਿੱਚ ਬਿਜਾਈ ਕਰਨੀ ਹੈ ਤਾਂ ਬੀਜ ਨੂੰ ਟੀਕਾ ਜ਼ਰੂਰ ਲਗਾਇਆ ਜਾਵੇ। ਪੰਜਾਬ ਵਿੱਚ ਕਾਸ਼ਤ ਲਈ BL 43, BL 10 ਅਤੇ BL 44 ਇਸ ਦੀਆਂ ਸਿਫਾਰਿਸ਼ ਕੀਤੀਆਂ ਕਿਸਮਾਂ ਹਨ। 1 ਏਕੜ ਲਈ 10 ਕਿਲੋ ਬੀਜ ਵਰਤਿਆ ਜਾਵੇ। ਬਿਜਾਈ ਚੰਗੀ ਤਰ੍ਹਾਂ ਤਿਆਰ ਕੀਤੇ ਖੇਤ ਵਿੱਚ ਕੀਤੀ ਜਾਵੇ। ਬੀਜਣ ਤੋਂ ਪਹਿਲਾਂ ਖੇਤ ਨੂੰ ਪਾਣੀ ਲਾਵੋ। ਮੁੜ ਖੜੇ ਪਾਣੀ ਵਿੱਚ ਬੀਜ ਦਾ ਛੱਟਾ ਮਾਰ ਦਿੱਤਾ ਜਾਵੇ। ਬਿਜਾਈ ਉਦੋਂ ਕਰੋ ਜਦੋਂ ਮੌਸਮ ਸ਼ਾਂਤ ਹੋਵੇ। ਬੀਜ ਨੂੰ ਕਾਸ਼ਨੀ ਰਹਿਤ ਕਰਨ ਲਈ ਪਾਣੀ ਵਿੱਚ ਡੋਬੋ। ਕਾਸ਼ਨੀ ਦੇ ਬੀਜ ਉੱਪਰ ਤਰ ਜਾਣਗੇ। ਇਹਨਾਂ ਨੂੰ ਕੱਢ ਦੇਵੋ। ਪਹਿਲਾ ਲੋ ਭਰਮਾ ਲੈਣ ਲਈ 750 ਗ੍ਰਾਮ ਸਰੋਂ ਪ੍ਰਤੀ ਏਕੜ ਪਾ ਦੇਵੋ। ਕਿਸਾਨ ਵੀਰੋ, ਬਰਸੀਮ ਨਵੰਬਰ ਤੋਂ ਲੈ ਕੇ ਜੂਨ ਤੱਕ ਵਧੀਆ ਚਾਰਾ ਦਿੰਦੀ ਹੈ। ਪਹਿਲੀ ਕਟਾਈ ਬਿਜਾਈ ਤੋਂ ਕੋਈ 50 ਦਿਨਾਂ ਪਿੱਛੋਂ ਕੀਤੀ ਜਾ ਸਕਦੀ ਹੈ। ਬਰਸੀਮ ਵਰਗਾ ਹੀ ਇੱਕ ਹੋਰ ਚਾਰਾ ਸਫਤਲ ਯਾਨੀ ਕਿ ਛਟਾਲਾ ਹੈ। ਇਸ ਦੀ ਬਿਜਾਈ ਵੀ ਬਰਸੀਮ ਵਾਂਗ ਹੀ ਕੀਤੀ ਜਾਂਦੀ ਹੈ। ਸਫਤਲ 69 ਇਸ ਦੀ ਸਿਫਾਰਿਸ਼ ਕੀਤੀ ਕਿਸਮ ਹੈ। ਪ੍ਰੋਟੀਨ ਵੱਧ ਹੋਣ ਕਰਕੇ ਸਫਤਲ ਪਸ਼ੂਆਂ ਨੂੰ ਨਿਰੋਲ ਨਹੀਂ ਪਾਉਣਾ ਚਾਹੀਦਾ, ਸਗੋਂ ਤੂੜੀ ਵਿੱਚ ਰਲਾ ਕੇ ਪਾਇਆ ਜਾਵੇ। ਕਿਸਾਨ ਵੀਰੋ, ਲੂਸਣ ਵੀ ਇੱਕ ਇਸੇ ਤਰ੍ਹਾਂ ਦਾ ਹੋਰ ਚਾਰਾ ਹੈ। ਇਸ ਦੀ ਬਿਜਾਈ ਅਕਤੂਬਰ ਵਿੱਚ ਕੀਤੀ ਜਾਵੇ। 1 ਏਕੜ ਵਿੱਚ 7 ਕਿਲੋ ਬੀਜ ਦੀ ਲੋੜ ਪੈਂਦੀ ਹੈ। ਇਸ ਦੀ ਬਿਜਾਈ ਪੋਰ ਜਾਂ ਡਰਿਲ ਨਾਲ ਕਰੋ। ਲਾਈਨਾਂ ਵਿਚਕਾਰ ਫਾਸਲਾ 30 ਸੈਂਟੀਮੀਟਰ ਰੱਖਿਆ ਜਾਵੇ। ਬੀਜ ਨੂੰ ਰਾਈਜ਼ੋਬੀਅਮ ਦਾ ਟੀਕਾ ਲਗਾ ਕੇ ਬੀਜਣਾ ਚਾਹੀਦਾ ਹੈ। ਪਹਿਲਾ ਪਾਣੀ ਬਿਜਾਈ ਤੋਂ 1 ਮਹੀਨਾ ਪਿੱਛੋਂ ਦੇਵੋ। 72 ਰਾਊਂਡ ਤੇ 1 ਗੋਡੀ ਕਰ ਦੇਣੀ ਚਾਹੀਦੀ ਹੈ। ਇਸ ਦੀ ਪਹਿਲੀ ਕਟਾਈ ਕੋਈ 75 ਦਿਨਾਂ ਪਿੱਛੋਂ ਲਈ ਜਾ ਸਕਦੀ ਹੈ। LL ਕੰਪੋਜ਼ਿਟ 5 ਕਿਸਮ ਦੀ ਬਿਜਾਈ ਕਰੋ। ਕਿਸਾਨ ਵੀਰੋ, ਜਵਿਕ ਹੋਰ ਹਾੜੀ ਦਾ ਵਧੀਆ ਚਾਰਾ ਹੈ। ਇਸ ਦੀ ਬਿਜਾਈ ਅਕਤੂਬਰ ਦੇ ਦੂਜੇ ਅੱਧ ਵਿੱਚ ਕੀਤੀ ਜਾ ਸਕਦੀ ਹੈ। OL 15, OL 14, OL 13, OL 10, OL 11 ਅਤੇ ਕੈਂਟ ਇਸ ਦੀਆਂ ਉੱਤਮ ਕਿਸਮਾਂ ਹਨ। ਇਸ ਵਾਰ ਇੱਕ ਨਵੀਂ ਕਿਸਮ OL 16 ਵੀ ਇਸ ਦੀ ਕੀਤੀ ਗਈ ਹੈ। ਖੇਤੀ ਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਜਾਂ ਪੋਰੇ ਨਾਲ ਇਸ ਦੀ ਬਿਜਾਈ ਕੀਤੀ ਜਾਵੇ। 1 ਏਕੜ ਲਈ 25 ਕਿਲੋ ਬੀਜ ਚਾਹੀਦਾ ਹੈ। ਸਿਆੜਾਂ ਵਿਚਕਾਰ ਫਾਸਲਾ 20 ਸੈਂਟੀਮੀਟਰ ਰੱਖਿਆ ਜਾਵੇ। ਬਿਜਾਈ ਸਮੇਂ 33 ਕਿਲੋ ਯੂਰੀਆ ਅਤੇ 50 ਕਿਲੋ ਸੁਪਰ ਫਾਸਫੇਟ ਪ੍ਰਤੀ ਏਕੜ ਪਾਏ ਜਾਣ। ਕਿਸਾਨ ਵੀਰੋ, ਕਈ ਕਟਾਈਆਂ ਦੇਣ ਵਾਲਾ ਇੱਕ ਹੋਰ ਵਧੀਆ ਚਾਰਾ ਰਾਈਕਾ ਹੈ। ਇਸ ਦੀ ਬਿਜਾਈ ਸਤੰਬਰ ਦੇ ਅਖੀਰ ਜਾਂ ਅਕਤੂਬਰ ਦੇ ਸ਼ੁਰੂ ਵਿੱਚ ਕੀਤੀ ਜਾਂਦੀ ਹੈ। ਪੰਜਾਬ ਵਿੱਚ ਰਾਈਕਾ ਇੱਕ ਇਸ ਦੀ ਉન્નਤ ਕਿਸਮ ਹੈ। 1 ਏਕੜ ਲਈ 4 ਕਿਲੋ ਬੀਜ ਚਾਹੀਦਾ ਹੈ। ਬੀਜ ਬਰੀਕ ਹੁੰਦਾ ਹੈ, ਇਸ ਕਰਕੇ ਗਿੱਲੀ ਮਿੱਟੀ ਵਿੱਚ ਰਲਾ ਕੇ ਛੱਟੇ ਨਾਲ ਬੀਜਿਆ ਜਾਵੇ। ਛਾਪਾ ਫੇਰ ਕੇ ਪਾਣੀ ਲਗਾ ਦਿੱਤਾ ਜਾਵੇ। ਖੇਤ ਤਿਆਰ ਕਰਦੇ ਸਮੇਂ 15 ਟਨ ਰੂੜੀ ਪਾਈ ਜਾਵੇ। ਬਿਜਾਈ ਸਮੇਂ 33 ਕਿਲੋ ਯੂਰੀਆ ਪਾਵੋ। ਇੰਨਾ ਹੀ ਯੂਰੀਆ 1 ਮਹੀਨੇ ਪਿੱਛੋਂ ਹੋਰ ਪਾਵੋ। ਪਹਿਲੀ ਕਟਾਈ 55 ਦਿਨਾਂ ਪਿੱਛੋਂ ਕੀਤੀ ਜਾ ਸਕਦੀ ਹੈ। 1 ਏਕੜ ਵਿੱਚੋਂ 300 ਕੁਇੰਟਲ ਤੋਂ ਵੱਧ ਚਾਰਾ ਪ੍ਰਾਪਤ ਹੋ ਜਾਂਦਾ ਹੈ। ਸੋ ਕਿਸਾਨ ਵੀਰੋ, ਇਹ ਸੀ ਇਸ ਹਫਤੇ ਦੀਆਂ ਖੇਤੀ ਗਤੀਵਿਧੀਆਂ। ਮਿਲਾਂਗੇ ਪੰਜਾਬ ਐਗਰੋ ਦੇ ਹਫਤਾਵਾਰੀ ਪ੍ਰੋਗਰਾਮ ਪੰਜ ਦਰਿਆ ਦੇ ਵਿੱਚ ਅਗਲੇ ਹਫਤੇ ਕੁਝ ਹੋਰ ਜਾਣਕਾਰੀਆਂ ਦੇ ਨਾਲ ਤੇ ਇੱਕ ਵਿਸ਼ੇਸ਼ ਸੂਚਨਾ ਹੋਰ। ਜਿਨ੍ਹਾਂ ਕਿਸਾਨ ਵੀਰਾਂ ਨੇ ਅਜੇ ਤੱਕ ਪੰਜਾਬ ਐਗਰੋਜ਼ 5 ਰਿਵਰ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਸਬਸਕ੍ਰਾਈਬ ਕਰ ਲਓ ਤਾਂ ਕਿ ਹੋਰ ਵਧੇਰੇ ਜਾਣਕਾਰੀਆਂ ਮਿਲਦੀਆਂ ਰਹਿਣ। ਧੰਨਵਾਦ। ਆਮ ਕਿਸਾਨ ਨੂੰ ਬਣਾਵੇ ਹਾਈ ਅਚੀਵਰ ਪੰਜਾਬ ਐਗਰੋ ਦਾ 5 ਰਿਵਰ। ਸੁਣੋ ਭਰਾਵੋ, ਸਿਹਤ ਵਾਸਤੇ ਗੱਲ ਸਿਆਣਿਆਂ ਦੱਸੀ। ਸਹੀ ਭਰੋਸੇਮੰਦ ਵੇਰਕਾ ਦੁੱਧ ਦਹੀਂ ਤੇ ਲੱਸੀ। ਇਹ ਪੰਜਾਬ ਮੇਰੇ ਦੇ ਵੀਰ, ਇਹਨਾਂ ਦੇ ਮਿਰਗਾਂ ਜਿਹੇ ਸ਼ਰੀਰ, ਹੌਸਲੇ ਸ਼ੇਰਾਂ ਵਰਗੇ ਨੇ। ਵੇਰਕਾ ਦਾ ਦੁੱਧ ਪੀਂਦੇ, ਵੇਰਕਾ ਦਾ ਦੁੱਧ। ਉਹ ਜ਼ਹਿਰਾਂ ਮੁਕਤ ਦਾ ਖੇਤੀ ਵੀਰੋ, ਆ ਜੋ ਰਲੇ ਬਣਾਈਏ ਆਪਣੇ ਸੋਹਣੇ ਪੰਜਾਬ ਨੂੰ ਮੁੜ ਤੰਦਰੁਸਤ ਬਣਾਈਏ, ਮੁੜ ਤੰਦਰੁਸਤ ਬਣਾਈਏ। ਆਮ ਕਿਸਾਨ ਨੂੰ ਬਣਾਵੇ ਹਾਈ ਅਚੀਵਰ ਪੰਜਾਬ ਐਗਰੋ ਦਾ 5 ਰਿਵਰ।